Hello students, in this video we are going to discuss software process modeling. In last video we discussed different models of software process, and in this session we are going to discuss what is software process and what is the characteristics of software process. First of all, software process ਹੁੰਦਾ ਕੀ ਹੈ? ਜਦੋਂ ਵੀ ਆਪਾਂ ਇੱਕ ਸੌਫਟਵੇਅਰ ਡਿਜ਼ਾਈਨ ਕਰਦੇ ਹਾਂ, ਸੌਫਟਵੇਅਰ ਦੀ ਪ੍ਰੋਡਕਸ਼ਨ ਕਰਦੇ ਹਾਂ, ਤਾਂ ਕਈ ਸਾਰੀਆਂ ਐਕਟੀਵਿਟੀਜ਼ ਇਹਦੇ ਵਿੱਚ ਇਨਵੋਲਵ ਹੁੰਦੀਆਂ ਨੇ। ਲਾਈਕ ਜਦੋਂ ਆਪਾਂ ਰਿਕੁਆਇਰਮੈਂਟ ਇਕੱਠੀਆਂ ਕਰਦੇ ਹਾਂ, ਜਾਂ ਕਈ ਵਾਰ ਹੁੰਦਾ ਹੈਗਾ ਕਿ ਆਪਾਂ ਨਵੇਂ ਸਿਰੇ ਤੋਂ ਸਿਸਟਮ ਬਣਾਉਣੇ ਆ, ਜਾਂ ਕਈ ਵਾਰ ਕੀ ਹੁੰਦਾ ਹੈਗਾ ਕਿ ਆਪਾਂ ਬਣੇ ਬਣਾਏ ਯਾਨੀ ਐਗਜ਼ਿਸਟਿੰਗ ਸਿਸਟਮ ਨੂੰ ਮੋਡੀਫਾਈ ਕਰਦੇ ਹਾਂ। ਤਾਂ ਜਦੋਂ ਆਪਾਂ ਕੋਈ ਨਵਾਂ ਸਿਸਟਮ ਡਿਜ਼ਾਈਨ ਕਰਦੇ ਹਾਂ ਜਾਂ ਐਗਜ਼ਿਸਟਿੰਗ ਸਿਸਟਮ ਦੇ ਵਿੱਚ ਮੋਡੀਫਿਕੇਸ਼ਨ ਕਰਦੇ ਹਾਂ, ਤਾਂ ਉਸ ਮੈਥਡ ਨੂੰ ਜਾਂ ਉਸ ਜਿਹੜੀ ਹੈਗੀ ਆ ਪ੍ਰੋਸੈਸ ਨੂੰ ਜਦੋਂ ਆਪਾਂ ਅਚੀਵ ਕਰਨਾ ਹੁੰਦਾ ਤਾਂ ਡਿਫਰੈਂਟ ਟਾਈਪ ਐਕਟੀਵਿਟੀਜ਼ ਜਿਹੜੀਆਂ ਆਪਾਂ ਡਿਫਰੈਂਟ ਟਾਈਪ ਆਫ ਐਕਟੀਵਿਟੀਜ਼ ਜਿਹੜੀਆਂ ਆਪਾਂ ਕਰਦੇ ਹਾਂ, ਉਹ ਸਾਰੀਆਂ ਆਪਣੀਆਂ ਸੌਫਟਵੇਅਰ ਪ੍ਰੋਸੈਸ 'ਚ ਆਉਂਦੀਆਂ ਨੇ। ਤਾਂ ਸੌਫਟਵੇਅਰ ਪ੍ਰੋਸੈਸ ਕਈ ਸਾਰੀਆਂ ਐਕਟੀਵਿਟੀਜ਼ ਦੀ ਕਲੈਕਸ਼ਨ ਹੁੰਦੀ ਹੈ ਜਿਹੜੀਆਂ ਇੱਕ ਸੌਫਟਵੇਅਰ ਨੂੰ ਪ੍ਰੋਡਿਊਸ ਕਰਨ ਦੇ ਵਿੱਚ ਆਪਣੀ ਹੈਲਪ ਕਰਦੀਆਂ ਨੇ। ਕਿਹੜੀਆਂ ਜਿਹੜੀਆਂ ਐਕਟੀਵਿਟੀਜ਼ ਹੈ ਜਿਹੜੀਆਂ ਆਪਾਂ 4 ਕੈਟੇਗਰੀ ਦੀ ਬਣਾਈਆਂ ਨੇ। ਪਹਿਲੀ ਕੈਟੇਗਰੀ ਹੈ ਸੌਫਟਵੇਅਰ ਸਪੈਸੀਫਿਕੇਸ਼ਨ। ਸੌਫਟਵੇਅਰ ਸਪੈਸੀਫਿਕੇਸ਼ਨ ਦਾ ਮਤਲਬ ਕੀ ਹੈ? ਸਪੈਸੀਫਾਈ ਕਰਨਾ, ਡਿਫਾਈਨ ਕਰਨਾ ਸੌਫਟਵੇਅਰ ਦੀ ਕੀ ਫੰਕਸ਼ਨੈਲਿਟੀ ਹੈ, ਕਿੱਦਾਂ ਐਕਸ਼ਨਸ ਤੁਹਾਡੇ ਹੈਗੇ, ਕੀ ਰਿਕੁਆਇਰਮੈਂਟ ਹੈ, ਕਿੱਦਾਂ ਆਪਾਂ ਉਹਨਾਂ ਨੂੰ ਕਲੈਕਟ ਕਰਨਾ ਹੈਗਾ ਰਿਕੁਆਇਰਮੈਂਟ ਨੂੰ, ਅਤੇ ਉਹਦੇ ਬੇਸ 'ਤੇ ਜਿਹੜਾ ਸਿਸਟਮ ਬਣਾਉਣਾ। ਯਾਨੀ ਪਹਿਲਾਂ ਇਹੀ ਕੰਮ ਹੈ ਕਿ ਮੇਨ ਆਬਜੈਕਟਿਵ ਤੁਹਾਡੇ ਸਿਸਟਮ ਦਾ ਕੀ ਹੈ, ਪ੍ਰੋਬਲਮ ਨੂੰ ਪ੍ਰੋਪਰਲੀ ਡਿਫਾਈਨ ਕਰਨਾ, ਦੈਟ ਇਜ਼ ਕਾਲਡ ਸੌਫਟਵੇਅਰ ਸਪੈਸੀਫਿਕੇਸ਼ਨ, ਜਿਹਦੇ ਵਿੱਚ ਯੂਜ਼ਰ ਦੀਆਂ ਰਿਕੁਆਇਰਮੈਂਟਸ ਆਪਾਂ ਕਲੈਕਟ ਕਰਾਂਗੇ। ਨੈਕਸਟ ਹੈ ਸੌਫਟਵੇਅਰ ਡਿਜ਼ਾਈਨ ਐਂਡ ਇੰਪਲੀਮੈਂਟੇਸ਼ਨ। ਹੁਣ ਆਪਣੇ ਕੋਲੇ ਰਿਕੁਆਇਰਮੈਂਟ ਕਲੈਕਟ ਹੋ ਗਈਆਂ, ਆਪਾਂ ਨੂੰ ਪਤਾ ਚੱਲ ਗਿਆ ਯੂਜ਼ਰ ਕੀ ਚਾਹੁੰਦਾ ਹੈ, ਕੀ ਉਹਦੇ ਆਬਜੈਕਟਿਵਸ ਨੇ, ਦੈਨ ਉਹਨਾਂ ਦੇ ਅਕੋਰਡਿੰਗ ਆਪਾਂ ਇੱਕ ਡਿਜ਼ਾਈਨ ਤਿਆਰ ਕਰਾਂਗੇ ਅਤੇ ਡਿਜ਼ਾਈਨ ਦੀ ਪ੍ਰੋਗਰਾਮਿੰਗ ਕਰਾਂਗੇ। ਯਾਨੀ ਡਿਜ਼ਾਈਨ ਐਂਡ ਇੰਪਲੀਮੈਂਟੇਸ਼ਨ, ਪਹਿਲਾਂ ਇੱਕ ਰਫ ਡਿਜ਼ਾਈਨ, ਇੱਕ ਫਲੋ ਚਾਰਟ ਜਾਂ ਕਿਸ ਤਰ੍ਹਾਂ ਦਾ ਉਹਦਾ ਹੈਗਾ ਸਟਰਕਚਰ ਹੋਏਗਾ, ਫਿਰ ਉਹ ਸਟਰਕਚਰ ਨੂੰ ਕਿਸੇ ਕੋਡਿੰਗ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ। ਇਹ ਜਿਹੜਾ ਹੈਗਾ ਸੈਕਿੰਡ ਟਾਈਪ ਦੀ ਆਪਣੀ ਐਕਟੀਵਿਟੀ ਹੈ। ਥਰਡ ਟਾਈਪ ਜੋ ਐਕਟੀਵਿਟੀ ਹੈ ਦੈਟ ਇਜ਼ ਸੌਫਟਵੇਅਰ ਵੈਰੀਫਿਕੇਸ਼ਨ ਐਂਡ ਵੈਲੀਡੇਸ਼ਨ। ਸੌਫਟਵੇਅਰ ਵੈਰੀਫਿਕੇਸ਼ਨ ਅਤੇ ਵੈਲੀਡੇਸ਼ਨ ਦਾ ਮਤਲਬ ਕੀ ਹੁੰਦਾ ਹੈਗਾ ਕਿ ਜਿਹੜਾ ਸੌਫਟਵੇਅਰ ਆਪਾਂ ਡਿਜ਼ਾਈਨ ਕਰ ਰਹੇ ਹਾਂ ਉਹਨੂੰ ਵੈਰੀਫਾਈ ਕਰਨਾ, ਵੈਰੀਫਾਈ ਅਕੋਰਡਿੰਗ ਟੂ ਰਿਕੁਆਇਰਮੈਂਟ, ਕਿ ਯੂਜ਼ਰ ਦੀਆਂ ਰਿਕੁਆਇਰਮੈਂਟ ਜਾਂ ਆਬਜੈਕਟਿਵ ਨੂੰ ਅਚੀਵ ਕਰ ਰਿਹਾ ਨਹੀਂ ਕਰ ਰਿਹਾ। ਅਤੇ ਵੈਲੀਡੇਸ਼ਨ ਦਾ ਮਤਲਬ ਕਿ ਅਕੋਰਡਿੰਗ ਟੂ ਯੂਜ਼ਰ ਇਟ ਇਜ਼ ਵੈਲਿਡ ਔਰ ਨੋਟ। ਵੈਲਿਡ ਅਤੇ ਵੈਰੀਫਿਕੇਸ਼ਨ ਦੋਨੇ ਡਿਫਰੈਂਟ ਟਰਮਸ ਹੈ। ਵੈਰੀਫਾਈ ਕਰਦੇ ਹਾਂ ਆਪਾਂ ਆਪਣੇ ਕੋਲ ਜਿਹੜੇ ਡਾਕੂਮੈਂਟ ਹੁੰਦੇ ਆ, ਜਾਂ ਆਪਾਂ ਖੁਦ ਟੈਸਟ ਕੇਸਿਸ ਪਾਸ ਕਰਕੇ ਉਹਨਾਂ ਨੂੰ ਵੈਰੀਫਿਕੇਸ਼ਨ ਚੈੱਕ ਕਰਦੇ ਹਾਂ। ਬਟ ਵੈਲੀਡੇਸ਼ਨ ਦੀ ਜਿਹੜੀ ਅਪਰੂਵਲ ਹੈ ਉਹ ਆਪਾਂ ਨੂੰ ਯੂਜ਼ਰ ਦੇਗਾ ਕਿ ਯੂਜ਼ਰ ਦੀਆਂ ਅਗਰ ਰਿਕੁਆਇਰਮੈਂਟਸ ਮੀਟ ਹੋ ਰਹੀਆਂ ਨੇ, ਨੀਡਸ ਮੀਟ ਹੋ ਰਹੀਆਂ ਨੇ, ਦੈਟ ਇਜ਼ ਵੈਲਿਡ ਸੌਫਟਵੇਅਰ। ਅਦਰਵਾਈਜ਼ ਅਗਰ ਆਪਾਂ ਸੌਫਟਵੇਅਰ ਬਣਾਇਆ ਅਤੇ ਯੂਜ਼ਰ ਦੀ ਕੋਈ ਰਿਕੁਆਇਰਮੈਂਟ ਫੁਲਫਿਲ ਨਹੀਂ ਹੋ ਰਹੀ, ਦੈਨ ਉਹ ਵੈਲਿਡ ਨਹੀਂ ਹੋਏਗਾ। ਨੈਕਸਟ ਹੈ ਸੌਫਟਵੇਅਰ ਇਵੈਲੂਏਸ਼ਨ। ਇਵੈਲੂਏਸ਼ਨ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇਹਦੇ ਵਿੱਚ ਮੇਨਟੇਨੈਂਸ ਫੈਕਟਰ ਹੁੰਦਾ। ਮੇਨਟੇਨੈਂਸ ਦਾ ਮਤਲਬ ਕੀ ਹੁੰਦਾ ਹੈ ਕਿ ਸੌਫਟਵੇਅਰ ਤੁਸੀਂ ਬਣਾ ਲਿਆ ਹੈ, ਡਿਜ਼ਾਈਨ ਕਰ ਲਿਆ ਹੈ, ਹੁਣ ਉਹ ਸੌਫਟਵੇਅਰ ਲੌਂਗ ਰਨ 'ਤੇ ਤੁਹਾਡਾ ਹੈਗਾ, ਤੁਹਾਡੇ ਜਿਹੜਾ ਹੈਗਾ ਸੈਟਿਸਫਾਈ ਕਰੇਗਾ ਤੁਹਾਡੇ ਰਿਕੁਆਇਰਮੈਂਟ ਨੂੰ। ਮਾਈਨਰ ਚੇਂਜ ਕਰਕੇ ਇਨ ਫਿਊਚਰ ਰਿਕੁਆਇਰਮੈਂਟ ਚੇਂਜ ਹੁੰਦੀਆਂ, ਪਲੇਟਫਾਰਮ ਚੇਂਜ ਹੁੰਦਾ, ਟੈਕਨੋਲੋਜੀ ਚੇਂਜ ਹੁੰਦੀ ਹੈ, ਦੈਨ ਸੇਮ ਸਿਸਟਮ ਤੁਹਾਡਾ ਹੈਗਾ ਕੰਮ ਕਰੇਗਾ। ਤਾਂ ਇਹ 4 ਐਕਟੀਵਿਟੀਜ਼ ਹੈ ਜਿਹੜੀਆਂ ਆਪਾਂ ਪਰਫੋਰਮ ਕਰਦੇ ਹਾਂ ਸੌਫਟਵੇਅਰ ਜਿਹੜਾ ਹੈਗਾ ਆਪਾਂ ਪ੍ਰੋਸੈਸ ਮਾਡਲਿੰਗ ਦੇ ਵਿੱਚ। ਮਾਡਲਿੰਗ ਦੇ ਵਿੱਚ ਜਿਹੜੀਆਂ ਟੈਕਨੀਕਸ ਨੇ, ਜਿਹੜੇ ਆਪਣੇ ਫੇਜ਼ਿਸ ਹੈ, ਉਹਨਾਂ ਨੂੰ 4 ਐਕਟੀਵਿਟੀ ਦੇ ਵਿੱਚ ਆਪਾਂ ਡਿਵਾਈਡ ਕਰ ਲੈਂਦੇ ਹਾਂ। ਕਹਿੰਦੇ ਜਦੋਂ ਆਪਾਂ ਪ੍ਰੋਸੈਸ ਦੀ ਗੱਲ ਕਰਦੇ ਹਾਂ, ਆਪਾਂ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ, ਤਾਂ ਆਪਾਂ ਡਿਸਕ੍ਰਾਈਬ ਕਰਦੇ ਹਾਂ ਕਿ ਕੀ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੋਣੀਆਂ। ਸਭ ਤੋਂ ਪਹਿਲਾਂ ਹੈ ਪ੍ਰੋਡਕਟ। ਪ੍ਰੋਡਕਟ ਦਾ ਮਤਲਬ ਕੀ ਹੈਗਾ ਕਿ ਜੋ ਕੰਮ ਆਪਾਂ ਫਾਈਨਲੀ ਅਚੀਵ ਕਰਨਾ ਹੈ। ਠੀਕ ਹੈ, ਆਪਾਂ ਇੱਕ ਡਿਜ਼ਾਈਨ ਬਣਾਇਆ ਹੈ, ਡਿਜ਼ਾਈਨ ਲੋਕਾਂ ਦੇ ਸਾਹਮਣੇ ਲੈ ਕੇ ਆਏ ਹਾਂ, ਉਹ ਮਾਡਲ ਨੂੰ ਆਪਾਂ ਜਦੋਂ ਆਰਕੀਟੈਕਚਰ ਵਿਊ ਦੇ ਨਾਲ ਉਹਨੂੰ ਦੇਖਾਂਗੇ ਕਿ ਵਾਕਈ ਇਸ ਤਰ੍ਹਾਂ ਦਾ ਫਲੋ ਹੋਏਗਾ। ਲਾਈਕ ਕਾਰ ਹੈ, ਕਾਰ ਕਿਸੇ ਬੰਦੇ ਨੇ, ਕਾਰ ਇਜ਼ ਅ ਪ੍ਰੋਡਕਟ, ਕਾਰ ਕਿਸੇ ਨੇ ਬਣਾਉਣੀ ਹੈ ਤਾਂ ਪਹਿਲੇ ਦਿਨ ਕਾਰ ਥੋੜ੍ਹੀ ਬਣਾ ਕੇ ਦਿਖਾਏਗਾ, ਉਹਦਾ ਪੇਪਰ ਦੇ ਉੱਤੇ ਡਾਇਗ੍ਰਾਮ ਜਾਂ ਡਿਜ਼ਾਈਨ ਸੌਫਟਵੇਅਰ ਦੇ ਵਿੱਚ ਕੋਈ ਡਿਜ਼ਾਈਨ ਆਪਣਾ ਬਣਾ ਕੇ ਉਹਦੇ 'ਚ ਦਿਖਾਏਗਾ, ਉਹਦੇ ਇੰਟੀਰੀਅਰ ਕਿੱਦਾਂ ਦਾ ਹੋਏਗਾ। ਮਤਲਬ ਪਹਿਲਾਂ ਡਿਜ਼ਾਈਨ ਹੀ ਕੀਤੀ ਜਾਂਦੀ, ਪ੍ਰੋਡਕਟ ਪਹਿਲਾਂ ਬਣਾਇਆ ਨਹੀਂ ਜਾਂਦਾ, ਪ੍ਰੋਡਕਟ ਦਾ ਇੱਕ ਜਿਹੜਾ ਆਪਾਂ ਬਲੂ ਪ੍ਰਿੰਟ ਦਿਖਾਇਆ ਜਾਂਦਾ। ਦੈਟ ਇਜ਼ ਕਿ ਇਹ ਆਪਣੀ ਪਹਿਲੀ ਐਕਟੀਵਿਟੀ ਹੁੰਦੀ ਹੈ। ਜਦੋਂ ਵੀ ਆਪਾਂ ਪ੍ਰੋਸੈਸ ਦੀ ਗੱਲ ਕਰਦੇ ਹਾਂ, ਜਦੋਂ ਵੀ ਆਪਾਂ ਕਿਸੇ ਮਾਡਲ ਨੂੰ ਡਿਜ਼ਾਈਨ ਕਰਨ ਦੀ ਗੱਲ ਕਰਦੇ ਹਾਂ, ਤਾਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਪ੍ਰੋਡਕਟ ਦੀ ਆਊਟਕਮ ਕੀ ਹੋਏਗੀ।
ਨੈਕਸਟ ਹੈ ਰੋਲਸ। ਹੁਣ ਆਪਾਂ ਪ੍ਰੋਡਕਟ ਬਣਾਉਣਾ ਹੈ, ਪ੍ਰੋਡਿਊਸ ਕਰਨਾ, ਆਰਕੀਟੈਕਚਰ ਡਿਜ਼ਾਈਨ ਉਹਦਾ ਤਿਆਰ ਹੋ ਗਿਆ। ਦੈਨ ਆਪਾਂ ਕਿਹੜੇ ਬੰਦੇ ਨੂੰ ਕੀ ਰਿਸਪੋਂਸੀਬਿਲਿਟੀ ਦੇਣੀ ਹੈ, ਤਾਂ ਆਪਾਂ ਇਸ ਕੈਟਾਗਰੀ ਦੇ ਵਿੱਚ ਡਿਸਕ੍ਰਾਈਬ ਕਰਾਂਗੇ ਕਿ ਪ੍ਰੋਜੈਕਟ ਮੈਨੇਜਰ ਕੌਣ ਹੋਏਗਾ, ਪ੍ਰੋਗਰਾਮਰ ਕੌਣ ਹੋਣਗੇ, ਟੈਸਟਰ ਕੌਣ ਹੋਣਗੇ, ਕਿੱਦਾਂ ਇਹ ਆਪਣੇ ਆਬਜੈਕਟਿਵ ਨੂੰ ਅਚੀਵ ਕਰਨਗੇ। ਪ੍ਰੀ ਐਂਡ ਪੋਸਟ ਕੰਡੀਸ਼ਨ। ਪ੍ਰੀ ਐਂਡ ਪੋਸਟ ਕੰਡੀਸ਼ਨ ਦੇ ਵਿੱਚ ਕੀ ਹੈਗਾ ਕਿ ਇੱਕ ਐਕਟੀਵਿਟੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀ ਕੰਡੀਸ਼ਨ ਸੀ ਅਤੇ ਐਕਟੀਵਿਟੀ ਨੂੰ ਪਰਫੋਰਮ ਕਰਨ ਤੋਂ ਬਾਅਦ ਕੀ ਕੰਡੀਸ਼ਨ ਹੈ, ਇਹਦਾ ਆਪਾਂ ਰਿਵਿਊ ਕਰਨਾ ਹੁੰਦਾ ਹੈ। ਯਾਨੀ ਜਦੋਂ ਆਪਾਂ ਰਿਕੁਆਇਰਮੈਂਟ ਕਲੈਕਟ ਕਰ ਰਹੇ ਹਾਂ ਦੈਨ ਆਪਣਾ ਸਿਸਟਮ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ, ਅਤੇ ਜਦੋਂ ਆਪਾਂ ਰਿਕੁਆਇਰਮੈਂਟ ਕਲੈਕਟ ਕਰਕੇ ਡਾਇਗਰਾਮ ਬਣਾ ਲਿਆ, ਆਰਕੀਟੈਕਚਰ ਬਣਾ ਲਿਆ ਹੈ, ਦੈਨ ਉਸ ਤੋਂ ਬਾਅਦ ਜਿਹੜਾ ਆਪਾਂ ਪ੍ਰੋਡਕਟ ਬਣਾਵਾਂਗੇ ਉਸ ਤੋਂ ਬਾਅਦ ਆਪਣੇ ਸਿਸਟਮ ਦੇ ਵਿੱਚ ਕੀ ਚੇਂਜਸ ਆਉਣਗੀਆਂ। ਯਾਨੀ ਜੋ ਸੋਫਟਵੇਅਰ ਆਪਾਂ ਡਿਜ਼ਾਈਨ ਕਰਾਂਗੇ ਉਹ ਪ੍ਰੈਜ਼ੈਂਟ ਇਨਵਾਇਰਮੈਂਟ ਦੇ ਉੱਤੇ ਕੀ ਇਫੈਕਟ ਪਾਏਗਾ, ਦੈਟ ਇਜ਼ ਪੋਸਟ ਕੰਡੀਸ਼ਨਸ। ਅਤੇ ਆਈਡੈਂਟੀਫਾਈ ਆਪਾਂ ਕਰਦੇ ਹਾਂ। ਹੁਣ ਇਹ ਆਈਡੈਂਟੀਫਾਈ ਕਰਨ ਲਈ ਆਪਾਂ ਲਾਸਟ ਲੈਕਚਰ 'ਚ ਪੜ੍ਹਿਆ ਸੀ ਕਿ ਡਿਫਰੈਂਟ ਟਾਈਪ ਆਫ ਮਾਡਲਸ ਆਪਾਂ ਪੜ੍ਹਦੇ ਹਾਂ। ਡਿਫਰੈਂਟ ਟਾਈਪ ਆਫ ਮਾਡਲ ਆਪਾਂ ਵਾਟਰਫਾਲ ਮਾਡਲ ਕਰਿਆ, ਆਈਟਰੇਟਿਵ ਮਾਡਲ ਕਰਿਆ, ਪ੍ਰੋਟੋਟਾਈਪ ਮਾਡਲ ਕਰਿਆ, ਸਪਾਇਰਲ ਮਾਡਲ ਕਰਿਆ। ਇਹਨਾਂ ਮਾਡਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੀ, ਜਿਸ ਤਰ੍ਹਾਂ ਦਾ ਆਪਾਂ ਸੋਫਟਵੇਅਰ ਡਿਜ਼ਾਈਨ ਕਰਨਾ ਹੈ ਉਸ ਤਰ੍ਹਾਂ ਦਾ ਮਾਡਲ ਆਪਾਂ ਫੋਲੋ ਕਰ ਲੈਂਦੇ ਹਾਂ, ਤਾਂ ਕਿ ਜਿਹੜਾ ਸੋਫਟਵੇਅਰ ਹੈ ਆਪਣਾ ਬੈਸਟ ਡਿਜ਼ਾਈਨ ਹੋਵੇ। ਬੈਸਟ ਡਿਜ਼ਾਈਨ ਦਾ ਮਤਲਬ ਹੈ ਕਿ ਯੂਜ਼ਰ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਅਤੇ ਉਹ ਜਿੰਨੇ ਵੀ ਆਬਜੈਕਟਿਵ ਉਹਨਾਂ ਨੇ ਦੱਸੇ ਉਹ ਸਾਰੇ ਅਚੀਵ ਕਰਦਾ ਹੋਵੇ। ਤਾਂ ਵਾਟਰਫਾਲ ਮਾਡਲ ਦੇ ਵਿੱਚ ਕੀ ਹੈਗਾ, ਉਹਦੇ ਵਿੱਚ ਕੀ ਹੈਗਾ ਕਿ ਤੁਹਾਡੇ ਕੋਲ ਰਿਕੁਆਇਰਮੈਂਟ ਪਹਿਲਾਂ ਹੀ ਕਲੈਕਟਡ ਹੁੰਦੀਆਂ ਨੇ, ਉਹਨਾਂ ਰਿਕੁਆਇਰਮੈਂਟ ਦੇ ਬੇਸ ਦੇ ਉੱਤੇ ਤੁਸੀਂ ਸਿਸਟਮ ਡਿਜ਼ਾਈਨ ਕਰਨਾ ਹੁੰਦਾ ਹੈ। ਅਗਰ ਤੁਹਾਡੀਆਂ ਰਿਕੁਆਇਰਮੈਂਟ ਐਕੂਰੇਟ ਡਿਸਕ੍ਰਾਈਬ ਕੀਤੀਆਂ ਹੋਈਆਂ, ਤੁਹਾਨੂੰ ਪਹਿਲਾਂ ਹੀ ਡਿਟੇਲ ਦੇ ਵਿੱਚ ਪਤਾ ਹੈ, ਦੈਨ ਇਹ ਵਾਟਰਫਾਲ ਮਾਡਲ ਬੈਸਟ ਹੈ। ਬਟ ਜਿੱਥੇ ਰਿਕੁਆਇਰਮੈਂਟ ਦਾ ਪਹਿਲਾਂ ਆਈਡੀਆ ਕੋਈ ਨਹੀਂ ਹੈ ਦੈਨ ਉੱਥੇ ਇਹ ਮਾਡਲ ਕੀ ਹੈ, ਵਧੀਆ ਪਰਫੋਰਮ ਨਹੀਂ ਕਰੇਗਾ। ਉਹ ਇਹ ਮਾਡਲ ਦੇ ਵਿੱਚ ਕੀ ਆਉਣੀਆਂ, ਪ੍ਰੋਬਲਮਸ ਆਉਣੀਆਂ। ਕਿਉਂ ਪ੍ਰੋਬਲਮ ਆਉਣੀਆਂ? ਕਿਉਂਕਿ ਜਿਹੜਾ ਇਹ ਮਾਡਲ ਹੈ ਉਹ ਤੁਹਾਡੀਆਂ ਰਿਕੁਆਇਰਮੈਂਟ ਨੂੰ ਫੁੱਲਫਿਲ ਨਹੀਂ ਕਰਦਾ ਹੈ, ਅਤੇ ਰਿਕੁਆਇਰਮੈਂਟ ਤੁਹਾਡੀਆਂ ਵੈਰੀ ਕਰ ਰਹੀਆਂ ਟਾਈਮ ਟੂ ਟਾਈਮ ਵੈਰੀ ਕਰ ਰਹੀਆਂ ਨੇ। ਇਟ ਮੀਨ ਕੀ ਹੈ ਕਿ ਰਿਕੁਆਇਰਮੈਂਟ ਫਿਕਸਡ ਨਹੀਂ ਹੈ। ਯਾਨੀ ਸੁਟੇਬਲ ਕਾਹਦੇ ਵਾਸਤੇ ਹੈ, ਜਦੋਂ ਆਪਾਂ ਸਮਾਲ ਪ੍ਰੋਡਕਟ ਬਣਾਉਣੇ ਹੁੰਦੇ ਆ ਅਤੇ ਉਹਨਾਂ ਦਾ ਆਪਾਂ ਨੂੰ ਪਹਿਲਾਂ ਹੀ ਆਈਡੀਆ ਹੈਗਾ ਕਿ ਰਿਕੁਆਇਰਮੈਂਟ ਆਪਣੀਆਂ ਫਿਕਸ ਨੇ, ਉੱਥੇ ਆਪਾਂ ਵਾਟਰਫਾਲ ਮਾਡਲ ਦਾ ਯੂਜ਼ ਕਰਦੇ ਹਾਂ। ਦੂਜਾ ਮਾਡਲ ਆਪਾਂ ਕੀਤਾ ਸੀ ਪ੍ਰੋਟੋਟਾਈਪ ਮਾਡਲ। ਪ੍ਰੋਟੋਟਾਈਪ ਮਾਡਲ ਬਹੁਤ ਜ਼ਿਆਦਾ ਸਿੰਪਲ ਮਾਡਲ ਹੈ। ਇਹਦੇ ਵਿੱਚ ਤੁਸੀਂ ਸਾਰਾ ਦਾ ਸਾਰਾ ਸਿਸਟਮ ਇਕੱਠਾ ਨਹੀਂ ਬਣਾਉਣਾ ਹੁੰਦਾ, ਉਹਦਾ ਜਿੰਨੀਆਂ ਕੁ ਰਿਕੁਆਇਰਮੈਂਟ ਇਕੱਠੀਆਂ ਹੋਈਆਂ ਉਹਦਾ ਇੱਕ ਛੋਟਾ ਜਿਹਾ ਸੋਫਟਵੇਅਰ ਤੁਸੀਂ ਬਣਾ ਲੈਂਦੇ ਹੋ। ਅਗਰ ਕੁਛ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਚੇਂਜਸ ਹੈ, ਐਕਸਪੈਰੀਮੈਂਟ ਕਰਕੇ ਦੇਖਦੇ ਹੋ, ਫਿਰ ਉਹ ਅਗਰ ਸੈਟਿਸਫੈਕਟਰੀ ਹੈ ਦੈਨ ਓਕੇ ਹੈ। ਅਗਰ ਨਹੀਂ ਕਲੀਅਰ ਹੋ ਰਿਹਾ ਦੈਨ ਉਹਦੇ ਵਿੱਚ ਕੁਛ ਨਵੀਆਂ ਚੀਜ਼ਾਂ ਐਡ ਕਰ ਲਓ। ਇਹ ਕਿੱਥੇ ਯੂਜ਼ ਹੋਏਗਾ? ਜਿੱਥੇ ਤੁਹਾਡੇ ਕੋਲੇ ਕੀ ਹੈ, ਕੰਪਲੀਟ ਰਿਕੁਆਇਰਮੈਂਟ ਇੱਕ ਵਾਰ ਦੇ ਵਿੱਚ ਨਹੀਂ ਆਈਆਂ। ਤੁਸੀਂ ਸੋਫਟਵੇਅਰ ਦੀ ਸਿਰਫ ਇੱਕ ਤਰ੍ਹਾਂ ਡੈਮੋ ਲੈ ਰਹੇ ਹੋ ਕਿ ਅਗਰ ਆਪਾਂ ਇਸ ਤਰ੍ਹਾਂ ਦਾ ਟਰਾਇਲ ਲੈ ਰਹੇ ਹਾਂ ਕਿ ਆਪਾਂ ਮਾਰਕੀਟ 'ਚ ਇਸ ਤਰ੍ਹਾਂ ਦੀ ਚੀਜ਼ ਬਣਾਵਾਂਗੇ, ਅਗਰ ਪਬਲਿਕ ਸੈਟਿਸਫਾਈ ਹੁੰਦੀ ਹੈ ਦੈਨ ਉਹਦਾ ਅਗਲਾ ਵਰਜ਼ਨ ਆਪਾਂ ਐਡੀਸ਼ਨ ਨਵਾਂ ਕੱਢ ਦਾਂਗੇ, ਅਦਰਵਾਈਜ਼ ਇਹ ਵਾਲੀ ਐਡੀਸ਼ਨ ਦੇ ਵਿੱਚ ਕੋਈ ਚੇਂਜਸ ਨਹੀਂ ਕਰਾਂਗੇ ਬਾਅਦ ਦੇ ਵਿੱਚ। ਤਾਂ ਇਹਦੇ ਵਿੱਚ ਤੁਹਾਡੇ ਕੋਲੇ ਹੈਗਾ ਕਿ ਤੁਹਾਡੇ ਕੋਲੇ ਰਿਕੁਆਇਰਮੈਂਟ ਸਾਰੀਆਂ ਇੱਕੋ ਵਾਰ ਨਹੀਂ ਕਲੀਅਰ ਹੁੰਦੀਆਂ, ਤੁਸੀਂ ਛੋਟੀਆਂ ਰਿਕੁਆਇਰਮੈਂਟਸ ਲੈ ਕੇ ਉਹਨਾਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ। ਨੈਕਸਟ ਆਪਣਾ ਇਨਕਰੀਮੈਂਟਲ ਜਾਂ ਆਈਟਰੇਟਿਵ ਮਾਡਲ ਆਪਾਂ ਇਹਨੂੰ ਬੋਲਦੇ ਹਾਂ। ਜਦੋਂ ਆਪਾਂ ਲਾਰਜ ਪ੍ਰੋਜੈਕਟ ਬਣਾਉਣੇ ਹੁੰਦੇ ਆ ਅਤੇ ਘੱਟ ਐਕਸਪੈਂਸਿਵ 'ਤੇ ਬਣਾਉਣੇ ਹੁੰਦੇ ਹੈ ਦੈਨ ਆਪਣੇ ਕੋਲੇ ਸਭ ਨਾਲੋਂ ਬੈਸਟ ਮਾਡਲ ਹੁੰਦਾ ਇਨਕਰੀਮੈਂਟਲ ਮਾਡਲ। ਇਨਕਰੀਮੈਂਟਲ ਮਾਡਲ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਇਹਨੂੰ ਅਵੈਲੂਏਟ ਕਰਦੇ ਹੋ ਸਿਸਟਮ ਨੂੰ, ਫਿਰ ਕਸਟਮਰ ਨੂੰ ਦੇ ਦਿੰਦੇ ਹੋ, ਕਸਟਮਰ ਉਹਨੂੰ ਐਨਾਲਾਈਜ਼ ਕਰਦਾ, ਫਿਰ ਉਹ ਫੀਡਬੈਕ ਦਿੰਦਾ। ਉਸ ਫੀਡਬੈਕ ਦੇ ਬੇਸਿਸ ਦੇ ਉੱਤੇ ਤੁਸੀਂ ਨਵਾਂ ਸਟਰਕਚਰ ਡਿਜ਼ਾਈਨ ਕਰਦੇ ਹੋ। ਮਤਲਬ ਪੂਰਾ ਦਾ ਪੂਰਾ ਤੁਹਾਡੀਆਂ ਜਿਹੜੀਆਂ ਰਿਕੁਆਇਰਮੈਂਟ ਹੈਗੀਆਂ ਇਕੱਠੀਆਂ ਨਹੀਂ ਆ ਰਹੀਆਂ ਨੇ, ਤੁਸੀਂ ਛੋਟੇ ਮਤਲਬ ਪੂਰਾ ਮਾਡਲ ਇਕੱਠਾ ਡਿਜ਼ਾਈਨ ਕਰਨ ਦੀ ਬਜਾਏ ਉਹਦੇ ਛੋਟੇ ਸਪੋਰਟਿਵ ਸਿਸਟਮ ਡਿਜ਼ਾਈਨ ਕਰਕੇ ਇਵੈਲੂਏਟ ਕਰਨ ਵਾਸਤੇ ਭੇਜ ਦਿੰਦੇ ਹੋ। ਜਿਵੇਂ ਤੁਹਾਨੂੰ ਪੂਰਾ ਦਾ ਪੂਰਾ, ਹੁਣ ਜਿਵੇਂ ਆਪਾਂ ਮੰਨ ਲਓ ਕਿ MS ਆਫਿਸ ਖਰੀਦਦੇ ਹਾਂ ਤਾਂ ਉਹਦੇ ਵਿੱਚ ਆਪਣੇ ਕੋਲੇ MS ਵਰਡ ਵੱਖਰਾ, ਐਕਸਲ ਵੱਖਰਾ, ਪਾਵਰ ਪੁਆਇੰਟ ਵੱਖਰਾ, ਅਤੇ ਛੋਟੇ ਟੂਲ ਆਏ ਆ। ਕਈ ਸਾਰੇ ਛੋਟੇ ਟੂਲਸ ਦੀ ਕਲੈਕਸ਼ਨ ਜਿਹੜੀ ਆਪਾਂ ਇੱਕ ਥਾਂ ਕਰਕੇ ਰੱਖਦੀ ਹੈ, ਆਪਾਂ ਇੱਕ ਸੂਟ ਬਣਾ ਦਿੱਤਾ ਹੈ, ਸੋਫਟਵੇਅਰ ਦਾ ਸੂਟ ਬਣਾ ਦਿੱਤਾ ਹੈ। ਤਾਂ ਇੱਥੇ ਤੁਹਾਡੇ ਕੋਲੇ ਹਰ ਲੈਵਲ ਦੇ ਉੱਤੇ ਅਲੱਗ-ਅਲੱਗ ਕੰਮ ਹੋਏਗਾ। ਅਗਰ ਤੁਹਾਨੂੰ ਲੱਗਦਾ ਕਿ ਨਵੀਂ ਚੀਜ਼ ਐਡ ਕਰਨੀ ਹੈ ਤਾਂ ਇੱਕ ਟੂਲ ਨਵਾਂ ਐਡ ਕਰ ਦਿਓ। ਅਤੇ ਜਿੱਥੇ ਤੁਹਾਡਾ ਜਿਹੜਾ ਹੈ ਸਿਸਟਮ ਲਾਰਜ ਸਿਸਟਮ ਹੈ ਅਤੇ ਟੂਲਸ ਦੇ ਵਿੱਚ ਡਿਵਾਈਡ ਹੋ ਕੇ ਹੁੰਦਾ ਹੈ, ਉੱਥੇ ਤੁਸੀਂ ਇਨਕਰੀਮੈਂਟਲ ਜਾਂ ਆਈਟਰੇਟਿਵ ਮਾਡਲ ਦੀ ਹੈਲਪ ਲੈਂਦੇ ਹੋ। ਸਪਾਇਰਲ ਮਾਡਲ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਰਿਸਕ ਆਉਣ ਦੀ ਸੰਭਾਵਨਾ ਹੋਵੇ, ਜ਼ਿਆਦਾ ਰਿਸਕੀ ਅਤੇ ਜ਼ਿਆਦਾ ਲਾਰਜ ਪ੍ਰੋਜੈਕਟ ਹੈ, ਉਹ ਤੁਹਾਡੇ ਸਪਾਇਰਲ ਮਾਡਲ ਦੇ ਵਿੱਚ ਯੂਜ਼ ਹੁੰਦੇ ਆ। ਕਿਉਂਕਿ ਇਹਦੇ ਵਿੱਚ ਕੋਸਟ, ਸ਼ਡਿਊਲ, ਪਰਫੋਰਮੈਂਸ, ਯੂਜ਼ਰ ਦਾ ਇੰਟਰਫੇਰੈਂਸ ਸਭ ਕੁਛ ਹੁੰਦਾ ਅਤੇ ਹਰ ਲੈਵਲ ਦੇ ਉੱਤੇ ਰਿਸਕ ਚੈੱਕ ਹੁੰਦਾ, ਹਰ ਫੇਜ਼ ਦੇ ਵਿੱਚ ਰਿਸਕ ਚੈੱਕ ਹੁੰਦਾ ਹੈ। ਯਾਨੀ
ਜਦੋਂ ਲਾਰਜ ਲੈਵਲ ਦੇ ਤੇ ਪੂਰੇ ਸਿਕਿਉਰ ਸਿਸਟਮ ਬਣਾਉਣੇ ਹੁੰਦੇ ਆ ਉਦੋਂ ਤੁਸੀਂ ਸਪਾਇਰਲ ਮਾਡਲ ਦਾ ਹੈਲਪ ਲੈਂਦੇ ਹੋ, ਇਹਦੇ ਅਕੋਰਡਿੰਗ ਸਿਸਟਮ ਡਿਜ਼ਾਈਨ ਕਰਦੇ ਹੋ। ਇਹ ਸੀ ਬੱਚੇ ਅਲੱਗ-ਅਲੱਗ ਜਿਹੜੇ ਮਾਡਲਸ ਆਪਾਂ ਕਰਦੇ ਹਾਂ ਪ੍ਰੋਸੈਸ ਮਾਡਲਿੰਗ, ਤੇ ਇਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ ਪ੍ਰੋਸੈਸ ਮਾਡਲਿੰਗ ਹੁੰਦੀ ਕੀ ਹੈ, ਪ੍ਰੋਸੈਸ ਮਾਡਲਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਤੇ ਉਹਨਾਂ ਐਕਟੀਵਿਟੀਜ਼ ਨੂੰ ਪਰਫਾਰਮ ਕਰਨ ਦੇ ਲਈ ਆਪਣੇ ਕੋਲ ਡਿਫਰੈਂਟ ਟਾਈਪ ਆਫ ਮਾਡਲਸ ਹੈਗੇ ਆ। ਇਹਨਾਂ ਮਾਡਲ ਦੀ ਕੀ ਜ਼ਰੂਰਤ ਹੈ, ਕੀ ਰਿਕੁਆਇਰਮੈਂਟ ਹੈ, ਕੀ ਇਹਨਾਂ ਦੀਆਂ ਐਡਵਾਂਟੇजेस ਨੇ, ਆਪਾਂ ਉਹ ਅੱਜ ਡਿਸਕਸ ਕੀਤਾ ਹੈ। ਅਗਰ ਬੱਚੇ ਕਲੀਅਰ ਹੈ ਦੈਨ ਓਕੇ, ਅਗਰ ਕੋਈ ਪ੍ਰੋਬਲਮ ਹੈ ਦੈਨ ਤੁਸੀਂ ਮੈਨੂੰ WhatsApp ਨੰਬਰ ਦੇ ਉੱਤੇ ਮੈਸੇਜ ਛੱਡ ਸਕਦੇ ਹੋ। ਥੈਂਕ ਯੂ ਸੋ ਮਚ ਫॉर ਵਾਚਿੰਗ।